ਹੈਲੋ 9th ਕਲਾਸ। तो ਅੱਜ ਅਸੀਂ ਕਰਾਂਗੇ ਫਸਟ ਸੀ ਮਤਲਬ ਪਹਿਲੇ ਚੈਪਟਰ ਦਾ ਸੀ ਪਾਰਟ ਮੇਜ਼ਰਮੈਂਟ ਆਫ ਟਾਈਮ ਐਂਡ ਸਿੰਪਲ ਪੈਂਡੂਲਮ ਬਾਰੇ। ਠੀਕ ਹੈ ਜੀ। ਹੁਣ ਟਾਈਮ ਦੀ ਮੇਜ਼ਰਮੈਂਟ ਕਰਨੀ ਆ ਇਨ ਆਫਿਸਿਸ ਐਂਡ ਹੋਮ ਵੀ ਕਾਮਨਲੀ ਯੂਜ਼ ਏ ਪੈਂਡੂਲਮ ਕਲੋਕ ਟੂ ਨੋਟ ਟਾਈਮ ਵਿਚ ਇਜ਼ ਬੇਸਡ ਔਨ ਦੀ ਪੀਰੀਓਡਿਕ ਓਸਕੀਲੇਸ਼ਨਸ ਆਫ ਪੈਂਡੂਲਮ। ਕਹਿੰਦਾ ਜਿਹੜਾ ਟਾਈਮ ਇਹ ਮੇਜ਼ਰ ਕਰਦਾ ਨਾ ਇਹ ਕਿਹਦੇ ਉੱਤੇ ਨਿਰਭਰ ਕਰਦਾ ਵਾ ਪੀਰੀਓਡਿਕ ਓਸਕੀਲੇਸ਼ਨਸ ਆਫ ਪੈਂਡੂਲਮ ਤੇ। ਵੀ ਪੈਂਡੂਲਮ ਦੀਆਂ ਜਿਹੜੀਆਂ ਪੀਰੀਓਡਿਕ ਵਰਡ ਦਾ ਮਤਲਬ ਸੇਮ ਟਾਈਮ ਇੰਟਰਵਲ ਤੋਂ ਬਾਅਦ ਆਪਣੀ ਓਸਕੀਲੇਸ਼ਨ ਨੂੰ ਰਿਪੀਟ ਕਰਦਾ ਵਾ। ਮਤਲਬ ਹਰੇਕ ਓਸਕੀਲੇਸ਼ਨ ਨੂੰ ਸੇਮ ਟਾਈਮ ਲੱਗਦਾ ਵਾ। ਹੇਅਰ ਵੀ ਸ਼ੈਲ ਸਟੱਡੀ ਦਾ ਪ੍ਰਿੰਸੀਪਲ ਆਫ ਸਿੰਪਲ ਪੈਂਡੂਲਮ ਦਾ ਪ੍ਰਿੰਸੀਪਲ ਸਮਝਣ ਲੱਗੇ ਆ। ਇਹ ਸਿੰਪਲ ਪੈਂਡੂਲਮ ਇਜ਼ ਏ ਹੈਵੀ ਪੁਆਇੰਟ ਮਾਸ ਨੋਨ ਐਜ਼ ਬੋਬ। ਜਿਹੜਾ ਉਹਦੇ ਨੀਚੇ ਹੁੰਦਾ ਨਾ ਗੋਲਾ ਜਿਹਾ ਬੰਨਿਆ ਹੋਇਆ ਸਫੀਅਰ ਜਿਹਾ, ਉਹਨੂੰ ਕੀ ਬੋਲਦੇ? ਬੋਬ ਬੋਲਦੇ ਆ। ਠੀਕ ਹੈ ਜੀ। ਸਸਪੈਂਡਡ ਫਰੋਮ ਏ ਰੀਜ ਸਪੋਰਟ ਬਾਈ ਮਾਸਲੈਸ ਐਂਡ ਇਨਐਕਸਟੈਂਸੀਬਲ ਸਟਰਿੰਗ। ਆ ਜਿਹੜਾ ਧਾਗਾ ਵਾ ਜਿਹਦੇ ਨਾਲ ਬੰਨਿਆ ਹੋਇਆ ਇਹਨੂੰ ਅਸੀਂ ਮਾਸਲੈਸ ਤੇ ਇਨਐਕਸਟੈਂਸੀਬਲ ਵੀ ਮਤਲਬ ਇਹ ਨਾ ਲੰਬਾ ਹੁੰਦਾ ਪਿਆ ਖਿੱਚਿਆ ਨਹੀਂ ਜਾਂਦਾ ਪਿਆ, ਇਹ ਮੰਨ ਕੇ ਚੱਲਦੇ ਆ। ਠੀਕ ਹੈ ਜੀ। ਉਹਦੇ ਨਾਲ ਰੀਜ ਦੇ ਸਪੋਰਟ ਨਾਲ ਇਹਨੂੰ ਬੰਨਿਆ ਹੋਇਆ ਵੀ ਜਿਹੜੀ ਸਪੋਰਟ ਰੀਜ ਦਾ ਮਤਲਬ ਕੀ ਹੁੰਦਾ? ਜਿਹੜੀ ਹਿਲਦੀ ਨਹੀਂ ਹੈਗੀ, ਜਿਹਦੀ ਮੂਵਮੈਂਟ ਨਹੀਂ ਹੈਗੀ। ਦਿਸ ਇਜ਼ ਐਨ ਆਈਡੀਅਲ ਕੇਸ ਬਿਕੋਜ਼ ਵੀ ਕੈਨੋਟ ਹੈਵ ਏ ਹੈਵੀ ਮਾਸ ਹੈਵਿੰਗ ਦਾ ਸਾਈਜ਼ ਆਫ ਪੁਆਇੰਟ ਐਂਡ ਆਲਸੋ ਏ ਸਟਰਿੰਗ ਵਿਚ ਹੈਜ਼ ਨੋ ਮਾਸ। ਕਹਿੰਦਾ ਇਹ ਇੱਕ ਆਈਡੀਅਲ ਕੇਸ ਆ, ਅਜ਼ੰਪਸ਼ਨ ਨਹੀਂ ਆ ਸਾਡੀ, ਅਸਲ 'ਚ ਨਹੀਂ ਇੱਦਾਂ ਹੁੰਦਾ ਵੀ ਇੱਕ ਛੋਟੇ ਜਿਹੇ ਪੁਆਇੰਟ 'ਤੇ ਅਸੀਂ ਕਿੰਨਾ ਬੜਾ ਹੈਵੀ ਮਾਸ ਰੱਖ ਦਈਏ ਅਤੇ ਸਟਰਿੰਗ ਇੱਦਾਂ ਦਾ ਹੋਵੇ ਜਿਹਦਾ ਕੋਈ ਮਾਸ ਨਾ ਹੋਵੇ। ਸ਼ੋਜ਼ ਏ ਸਿੰਪਲ ਪੈਂਡੂਲਮ ਹੇਅਰ ਏ ਹੈਵੀ ਸੋਲਿਡ ਬਾਲ ਇਜ਼ ਸਸਪੈਂਡਡ ਫਰੋਮ ਏ ਲਾਈਟ। ਫਿਗਰ 'ਚ ਕਹਿੰਦਾ ਦਿਖਾਈ ਹੋਈ ਆ। ਸ਼ੋਜ਼ 3 ਡਿਫਰੈਂਟ ਪੋਜੀਸ਼ਨ ਆਫ ਓਸਕੀਲੇਟਿੰਗ ਬੋਬ। ਦਾ ਰੈਸਟ ਪੋਜੀਸ਼ਨ ਆਫ ਦੀ ਬੋਬ ਇਜ਼ ਓ। ਸਭ ਤੋਂ ਪਹਿਲੇ ਨਾ ਅਸੀਂ ਆ ਓ ਪੋਜੀਸ਼ਨ ਜਿਹੜੀ ਉਹਦੀ ਰੈਸਟ ਪੋਜੀਸ਼ਨ ਆ ਉਹਦੇ ਤੋਂ ਨਾ ਆ ਜਿਹੜੀਆਂ ਐਕਸਟ੍ਰੀਮ ਪੋਜੀਸ਼ਨਸ ਆ ਦੋਨੇ ਕੀ ਆ? ਐਕਸਟ੍ਰੀਮ ਪੋਜੀਸ਼ਨ ਵਾਈਬ੍ਰੇਸ਼ਨ ਦੀਆਂ, ਮਤਲਬ ਇੱਦਾਂ ਵਾਈਬ੍ਰੇਟ ਕਰਦਾ ਪਿਆ ਨਾ, ਇੱਦਾਂ ਵਾਈਬ੍ਰੇਟ ਕਰਦਾ ਪਿਆ ਵਾ। ਆ ਉਹਦੀਆਂ ਏ ਤੇ ਬੀ ਜਿਹੜੀਆਂ ਐਕਸਟ੍ਰੀਮ ਪੋਜੀਸ਼ਨਸ ਆ। ਰੈਸਟ ਪੋਜੀਸ਼ਨ ਜਾਂ ਮੀਨ ਪੋਜੀਸ਼ਨ ਦੀ ਓ ਵਾਲੀ ਆ, ਓ ਵਾਲੀ ਨੂੰ ਮੀਨ ਪੋਜੀਸ਼ਨ ਕਹਿੰਦੇ ਆ। ਵੈਨ ਦਾ ਬੋਬ ਫਰੋਮ ਇਟਸ ਮੀਨ ਪੋਜੀਸ਼ਨ ਓ ਇਜ਼ ਪੁੱਲ ਟੂ ਵਨ ਸਾਈਡ, ਇੱਕ ਸਾਈਡ ਤੇ ਕਹਿੰਦਾ ਪੁੱਲ ਕਰਾਂਗੇ ਐਂਡ ਦੈਨ ਰਿਲੀਜ਼ ਕਰਾਂਗੇ ਤਾਂ ਪੈਂਡੂਲਮ ਇਜ਼ ਸੈਟ ਇਨ ਮੋਸ਼ਨ 'ਚ ਆ ਜਾਊਗਾ। ਪੈਂਡੂਲਮ ਓਸਕੀਲੇਟ ਕਰਨ ਲੱਗ ਪਊਗਾ, ਵਾਈਬ੍ਰੇਟ ਕਰਨ ਲੱਗ ਪਊਗਾ। ਐਂਡ ਦਾ ਬੋਬ ਮੂਵਜ਼ ਅਲਟਰਨੇਟਿਵਲੀ ਔਨ ਆਈਦਰ ਸਾਈਡ ਆਫ ਇਟਸ ਮੀਨ ਪੋਜੀਸ਼ਨ। ਉਹ ਕਹਿੰਦਾ ਵਾਰ-ਵਾਰ ਫਿਰ ਅਲਟਰਨੇਟਲੀ ਆਪਣੀਆਂ ਮੀਨ ਪੋਜੀਸ਼ਨ ਤੋਂ ਇੱਧਰ ਉੱਧਰ ਜਾਊਗਾ ਬੋਬ। ਨੋਟ ਦਾ ਪੈਂਡੂਲਮ ਯੂਜ਼ਡ ਇਨ ਕਲੋਕ ਇਜ਼ ਨੋਟ ਏ ਸਿੰਪਲ ਪੈਂਡੂਲਮ ਬਟ ਇਟ ਇਜ਼ ਏ ਕੰਪਾਊਂਡ ਪੈਂਡੂਲਮ। ਕਹਿੰਦਾ ਜਿਹੜੇ ਸਾਡੀ ਕਲੋਕ ਦੇ ਵਿੱਚ ਹੁੰਦਾ ਨਾ ਕੰਪਾਊਂਡ ਪੈਂਡੂਲਮ ਹੁੰਦਾ। ਕੰਪਾਊਂਡ ਦੇ ਵਿੱਚ ਨਾ ਇਹਦਾ ਥਰੈਡ ਪਾ ਕੇ ਥੱਲੇ ਮਾਸ ਨਹੀਂ ਬੰਨਿਆ ਹੁੰਦਾ, ਉਹਦੇ ਵਿੱਚ ਓਵਰਆਲ ਹੀ ਮਾਸ ਹੁੰਦਾ। ਇੱਦਾਂ ਸਾਰੇ ਕਿਤੇ ਕੰਪਾਊਂਡ ਪੈਂਡੂਲਮ ਹੁੰਦਾ, ਸਾਰੇ ਕਿਤੇ ਮਾਸ ਹੁੰਦਾ ਉਹਦੇ ਵਿੱਚ। ਠੀਕ ਹੈ ਜੀ। ਬੋਡੀ ਕੈਪੇਬਲ ਆਫ ਓਸਕੀਲੇਟਿੰਗ ਅਬਾਊਟ ਏ ਹੋਰੀਜੈਂਟਲ ਐਕਸਿਸ ਪਾਸਿੰਗ ਥਰੂ ਇਟ। ਬੋਡੀ ਜਿਹੜੀ ਉਹ 'ਚ ਹੋਰੀਜੈਂਟਲ ਐਕਸਿਸ ਦੇ ਵਿੱਚ ਜਿਹੜੀ ਆ ਮਤਲਬ ਵਾਈਬ੍ਰੇਟ ਕਰਦੀ ਆ। ਕੈਪੇਬਲ ਆਫ ਓਸਕੀਲੇਟਿੰਗ ਅਬਾਊਟ ਏ ਹੋਰੀਜੈਂਟਲ ਐਕਸਿਸ ਪਾਸਿੰਗ ਥਰੂ ਇਟ। ਸਮ ਟਰਮਸ ਰਿਲੇਟਡ ਟੂ ਸਿੰਪਲ ਪੈਂਡੂਲਮ ਨਾਲ ਟਰਮਸ ਕਿਹੜੀਆਂ ਰਿਲੇਟਡ ਆ? ਫਸਟ ਇਜ਼ ਓਸਕੀਲੇਸ਼ਨ। ਵਨ ਕੰਪਲੀਟ ਟੂ ਐਂਡ ਫਰੋ ਮੋਸ਼ਨ ਆਫ ਦੀ ਬੋਬ ਆਫ ਦੀ ਪੈਂਡੂਲਮ ਇਜ਼ ਕਾਲਡ ਓਸਕੀਲੇਸ਼ਨ। ਟੂ ਐਂਡ ਫਰੋ ਮੋਸ਼ਨ ਮਤਲਬ ਉਹਦਾ ਇੱਕ ਕੰਪਲੀਟ ਓਸਕੀਲੇਸ਼ਨ ਦਾ ਮਤਲਬ ਕੀ ਹੈ? ਧਿਆਨ ਨਾਲ ਦੇਖੋ ਵੀ। ਇੱਥੇ ਆ ਜਿੱਦਾਂ ਬੋਬ ਪਿਆ, ਇੱਥੇ ਜਾਣਾ, ਫਿਰ ਇੱਧਰੋਂ ਇੱਧਰ ਜਾਣਾ, ਫਿਰ ਵਾਪਸ ਇੱਥੇ ਆ ਜਾਣਾ, ਇਹਨੂੰ ਕੀ ਬੋਲਦੇ? ਇੱਕ ਕੰਪਲੀਟ ਓਸਕੀਲੇਸ਼ਨ। ਜਾਂ ਫਿਰ ਇੱਧਰੋਂ ਸ਼ੁਰੂ ਕੀਤਾ, ਇੱਧਰ ਗਿਆ, ਫਿਰ ਵਾਪਸ ਇੱਥੇ ਆ ਗਿਆ, ਇਹਨੂੰ ਇੱਕ ਕੰਪਲੀਟ ਓਸਕੀਲੇਸ਼ਨ ਬੋਲਦੇ। ਮਤਲਬ ਇੱਧਰੋਂ ਸ਼ੁਰੂ ਕਰਕੇ ਇੱਧਰ ਜਾ ਕੇ ਫਿਰ ਦੁਬਾਰਾ ਇੱਧਰ ਆ ਜਾਣਾ, ਉਹਨੂੰ ਇੱਕ ਕੰਪਲੀਟ ਓਸਕੀਲੇਸ਼ਨ ਬੋਲਦੇ ਆ। ਠੀਕ ਹੈ ਜੀ। ਫੋਰ ਐਗਜ਼ਾਮਪਲ ਇਹ ਸਿੰਪਲ ਪੈਂਡੂਲਮ ਜਿਹੜਾ ਫਿਗਰ ਦੇ ਵਿੱਚ ਦੱਸਿਆ ਗਿਆ ਵਾ ਉਹ ਇਹੀ ਦੱਸਿਆ ਵੀ ਜਦੋਂ A to B ਜਾ ਕੇ ਫਿਰ B to A ਆ ਜਾਵੇ ਉਹਨੂੰ ਵੀ ਇੱਕ ਓਸਕੀਲੇਸ਼ਨ ਬੋਲਾਂਗੇ। ਜਾਂ O to A, ਪਹਿਲਾਂ O to A ਜਾਵੇ, ਫਿਰ A to B, ਫਿਰ B to O ਆ ਜਾਵੇ। ਠੀਕ ਹੈ ਜੀ। ਫਿਰ B to O ਆ ਜਾਵੇ, O to A, A to B, ਫਿਰ B to O ਆ ਜਾਵੇ, ਉਹਨੂੰ ਵੀ ਕੰਪਲੀਟ ਓਸਕੀਲੇਸ਼ਨ ਬੋਲਾਂਗੇ। ਠੀਕ ਹੈ ਜੀ। ਪੀਰੀਅਡ ਔਰ ਟਾਈਮ ਪੀਰੀਅਡ ਆਫ ਓਸਕੀਲੇਸ਼ਨ, ਉਹਦਾ ਕੀ ਮਤਲਬ ਹੁੰਦਾ ਵਾ? ਇਟ ਇਜ਼ ਦਾ ਟਾਈਮ ਟੇਕਨ ਟੂ ਕੰਪਲੀਟ ਵਨ ਓਸਕੀਲੇਸ਼ਨ। ਇੱਕ ਵਾਈਬ੍ਰੇਸ਼ਨ ਕਿੰਨੇ ਟਾਈਮ 'ਚ ਹੁੰਦੀ ਆ ਉਹਨੂੰ ਅਸੀਂ ਕੀ ਕਹਿੰਦੇ? ਉਹਦਾ ਟਾਈਮ ਪੀਰੀਅਡ ਆਫ ਓਸਕੀਲੇਸ਼ਨ। ਫਰੀਕੁਐਂਸੀ ਆਫ ਓਸਕੀਲੇਸ਼ਨ, ਫਰੀਕੁਐਂਸੀ ਦਾ ਮਤਲਬ ਕੀ ਹੁੰਦਾ? ਨੰਬਰ ਆਫ ਓਸਕੀਲੇਸ਼ਨਸ ਮੇਡ ਇਨ 1 ਸੈਕਿੰਡ। ਇੱਕ ਸੈਕਿੰਡ 'ਚ ਕਿੰਨੀਆਂ ਓਸਕੀਲੇਸ਼ਨ ਹੋਈਆਂ ਉਹਨੂੰ ਕੀ ਬੋਲਦੇ ਸੀ? ਫਰੀਕੁਐਂਸੀ। ਇਟਸ ਯੂਨਿਟਸ ਆਰ ਹਰਟਸ ਔਰ ਪਰ ਸੈਕਿੰਡ। ਸੈਕਿੰਡ ਦੀ ਪਾਵਰ -1 ਜਾਂ ਫਿਰ ਹਰਟਸ ਇਹਦੇ ਯੂਨਿਟ ਹੁੰਦੇ ਆ। ਠੀਕ ਹੈ ਜੀ। ਸੋ ਦੈਨ ਦਾ ਰਿਲੇਸ਼ਨ ਬਿਟਵੀਨ ਟਾਈਮ ਪੀਰੀਅਡ ਐਂਡ ਫਰੀਕੁਐਂਸੀ। ਟਾਈਮ ਪੀਰੀਅਡ ਤੇ ਫਰੀਕੁਐਂਸੀ 'ਚ ਰਿਲੇਸ਼ਨ ਕੀ ਆ? ਇਫ ਟੀ ਇਜ਼ ਦਾ ਟਾਈਮ ਪੀਰੀਅਡ ਆਫ ਸਿੰਪਲ ਪੈਂਡੂਲਮ ਐਂਡ ਟੀ ਸੈਕਿੰਡਸ 'ਚ ਨੰਬਰ ਆਫ ਓਸਕੀਲੇਸ਼ਨ ਇੱਕ ਹੁੰਦੀ ਪਈ ਹੈ, ਦੈਨ ਦਾ ਨੰਬਰ ਆਫ ਓਸਕੀਲੇਸ਼ਨਸ ਵਿਲ ਬੀ 1/t ਵਿਚ ਇਜ਼ ਫਰੀਕੁਐਂਸੀ ਐਫ। ਕਹਿੰਦਾ ਜੇ ਟੀ ਸੈਕਿੰਡ 'ਚ ਇੱਕ ਓਸਕੀਲੇਸ਼ਨ ਹੁੰਦੀ ਪਈ ਹੈ, ਟੀ ਸੈਕਿੰਡ ਦੇ ਵਿੱਚ ਇੱਕ ਓਸਕੀਲੇਸ਼ਨ ਹੁੰਦੀ ਪਈ ਹੈ, ਅਤੇ ਇੱਕ ਸੈਕਿੰਡ 'ਚ ਕਿੰਨੀਆਂ ਓਸਕੀਲੇਸ਼ਨਾਂ ਹੋਊਗੀਆਂ? 1/t। ਜੇ ਆਪਾਂ ਕਹੀਏ ਵੀ ਇੱਕ ਸੈਕਿੰਡ ਦੇ ਵਿੱਚ 5 ਓਸਕੀਲੇਸ਼ਨਸ ਹੁੰਦੀਆਂ ਪਈਆਂ, ਉਹ 5 ਫਰੀਕੁਐਂਸੀ ਹੋ ਗਈ, ਅਤੇ ਇੱਕ ਕਿੰਨੇ 'ਚ ਹੋਊਗੀ? 1/5। ਉੱਦਾਂ ਹੀ ਆਪਾਂ ਇਹ ਬੋਲਿਆ ਵਾ। ਠੀਕ ਹੈ ਜੀ। ਸੋ ਜਿਹੜਾ F ਇਜ਼ ਇਕੁਅਲ ਦੀ 1/t ਹੁੰਦਾ ਵਾ, 1/t। ਜੇ ਮਤਲਬ ਇੱਕ ਓਸਕੀਲੇਸ਼ਨ ਨੂੰ 0.5 ਸੈਕਿੰਡ ਲੱਗਦਾ ਹੋਵੇ ਅਤੇ 1/0.5 ਕਿੰਨਾ ਆ ਜਾਊਗਾ? ਫਰੀਕੁਐਂਸੀ ਕਿੰਨੀ ਆ ਜਾਊਗੀ? 2 ਹਰਟਸ। ਦੈਟ ਮੀਨਸ ਇੱਕ ਸੈਕਿੰਡ 'ਚ 2 ਵਾਰੀ ਓਸਕੀਲੇਸ਼ਨ ਹੁੰਦੀਆਂ ਪਈਆਂ। ਫਰੀਕੁਐਂਸੀ ਇਜ਼ ਇਕੁਅਲ ਦੀ 1/ਟਾਈਮ ਪੀਰੀਅਡ। ਟਾਈਮ ਪੀਰੀਅਡ ਨੂੰ ਰੈਸੀਪ੍ਰੋਕਲ ਆਫ ਟਾਈਮ ਪੀਰੀਅਡ ਇਜ਼ ਦਾ ਫਰੀਕੁਐਂਸੀ।
ठीक है जी। फ्रीकुएंसी का मतलब क्या, नंबर ऑफ ऑस्किलेशन पर सैकेंड। इस तो बाद असीं गल करते हैं एंपलीट्यूड की, मैक्सीमम डिसप्लेसमेंट ऑफ द बॉब फ्रॉम इट्स मीन पोजीशन। इधर साइड ते वध तो वध कितना डिसप्लेस दूर चला गया, उन्होंने की बोलते हैं एंपलीट्यूड। ठीक है जी। दस एंपलीट्यूड इज ओ ए और ओ बी। इफेक्टिव लेंथ ऑफ द पेंडुलम, इट इज़ द डिस्टेंस ऑफ द पॉइंट ऑफ ऑस्किलेशन ओ फ्रॉम द पॉइंट ऑफ सस्पेंशन एस। एस तो लैके ये सेंटर तक की दूरी, एस तो लैके सेंटर तक की दूरी की बोलते इफेक्टिव लेंथ। इट इज़ रिप्रजेंटेड बाय दी एल। मेजरमेंट ऑफ टाइम पीरियड ऑफ सिंपल पेंडुलम, हुण आपां सिंपल पेंडुलम के टाइम पीरियड को किद्दां मेजर करते हैं वो बारे गल करन लगे हैं। द टाइम टू मेजर द टाइम पीरियड ऑफ ए सिंपल पेंडुलम, द बॉब इज स्लाइटली डिसप्लेस्ड फ्रॉम इट्स रेस्ट पोजीशन ओ एंड इज दैन रिलीज्ड। It begins to move and to and fro about its mean position in a vertical plane along the string. The time t for 20 complete oscillations is measured. ਆਪਾਂ ਇਹਦੀਆਂ 20 oscillation ਦਾ time period note ਕਰਦੇ ਹਾਂ with the help of a stop watch ਦੇ ਨਾਲ, and then dividing t by 20। ਉਹ ਜਿੰਨਾ ਟਾਈਮ ਆ ਗਿਆ ਨਾ 20 oscillation ਦਾ, ਉਹਨੂੰ 20 ਨਾਲ ਡਿਵਾਈਡ ਕਰ ਦਿੰਦੇ ਆ। ਉਤੋਂ ਸਾਨੂੰ ਕੀ ਪਤਾ ਲੱਗ ਜਾਂਦਾ, ਇੱਕ oscillation ਦਾ time period ਪਤਾ ਲੱਗ ਜਾਂਦਾ। The experimentation is then repeated for different lengths of the pendulum। different length ਲਈ ਆਪਾਂ ਇਸ experiment ਨੂੰ repeat ਕਰਦੇ ਹਾਂ। The observations are recorded in the table। ਪਹਿਲੇ ਨੰਬਰ 'ਤੇ ਲੈਂਥ ਹੋ ਗਈ 25 ਸੈਂਟੀਮੀਟਰ ਧਾਗੇ ਦੀ ਲੈਂਥ, ਫਿਰ 50 ਲਈ 36 49 64 81 ਆਪਣੇ ਅਕੋਰਡਿੰਗ ਉਹਨੇ ਲੈਂਥ ਲਈਆਂ ਵਾ। ਕਿਹੜੀਆਂ ਵਾ, 5 ਦਾ ਸਕੁਆਇਰ, 5 ਦਾ ਸਕੁਆਇਰ, 6 ਦਾ ਸਕੁਆਇਰ, 7 ਦਾ ਸਕੁਆਇਰ, 8 ਦਾ ਸਕੁਆਇਰ, 9 ਦਾ ਸਕੁਆਇਰ। ਡਿਫਰੈਂਟ ਲੈਂਥਸ ਆ ਸੈਂਟੀਮੀਟਰ ਦੇ ਵਿੱਚ। ਤੇ ਟਾਈਮ ਫੋਰ 20 ऑस्किलेशन कैलकुलेट उन्होंने किया, जो एक्सपैरीमेंटली किया वो पहली बारी 20 सैकेंड, फिर 24 सैकेंड, फिर 28 सैकेंड इदा आया। इनू याद नहीं करना, जस्ट एग्जाम्पल है, ये जस्ट एग्जाम्पल है, इनू याद नहीं करना। तो टाइम पीरियड एक ऑस्किलेशन का कितना हो जाएगा 1 20/21 24/21.2 सो इदा तार लिया। तो 1/t L/t स्क्वायर भी असी कढ़ लिया। सारे केसिस के L/t स्क्वायर जो असी कैलकुलेट किया इन्होंने सारे केसिस के वो 25 आया। ਆਪਾਂ ਕੀ ਦੇਖਿਆ ਵੀ L/t ਸਕੁਆਇਰ ਆ ਜਿਹੜਾ ਉਹ ਸੇਮ ਰਹਿੰਦਾ ਪਿਆ ਵਾ। L/t ਸਕੁਆਇਰ ਜਿਹੜਾ ਵਾ ਉਹ ਕੌਨਸਟੈਂਟ ਵਾ ਕੁਆਂਟਿਟੀ। ਠੀਕ ਹੈ ਜੀ। ਲੈਂਥ ਆਫ ਦੀ ਥਰੈਡ ਤੇ ਟਾਈਮ ਪੀਰੀਅਡ ਆਫ ਵਨ ऑस्किलेशन ਦਾ ਸਕੁਆਇਰ ਦੀ ਰੇਸ਼ੋ ਕੌਨਸਟੈਂਟ ਹੈ। ਠੀਕ ਹੈ ਜੀ। From the above observations it can be noted that if the length of the pendulum is made 4 times, ਜੇਕਰ ਲੈਂਥ ਨੂੰ 4 ਗੁਣਾ ਕੀਤਾ, 4 ਟਾਈਮਸ ਕੀਤਾ, द पीरियड ऑफ ऑस्किलेशन गैट डबल्ड। पीरियड ऑफ ऑस्किलेशन 1 to 2 हो गया। जो असी लेंथ को 25 तो 100 किया, पीरियड ऑफ ऑस्किलेशन 1 to 2 हो गया। ठीक है जी। नाउ इट टेक्स ट्वाइस द टाइम फॉर वन कंप्लीट टू एंड फ्रो मोशन। दस टाइम पीरियड टी इज़ डायरेक्टली प्रोपोर्शनल टू द स्क्वायर रूट ऑफ द इफेक्टिव लेंथ ऑफ द पेंडुलम। इसका मतलब की है, जो टाइम पीरियड आ वो ਪ੍ਰਪੋਰਸ਼ਨਲ ਆ ਕਿਹਦੇ, ਅੰਡਰ ਰੂਟ ਆਫ ਦੀ ਸਕੁਆਇਰ ਰੂਟ ਆਫ ਦੀ ਲੈਂਥ ਆਫ ਦੀ ਥਰੈਡ। ਕਹਿਣ ਦਾ ਮਤਲਬ ਟਾਈਮ ਪੀਰੀਅਡ ਆਫ ਏ ਸਿੰਪਲ ਪੈਂਡੂਲਮ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦੀ ਸਕੁਆਇਰ ਰੂਟ ਆਫ ਦੀ ਲੈਂਥ ਆਫ ਦੀ ਸਟਰਿੰਗ। ਠੀਕ ਹੈ ਜੀ। ਜਾਂ ਫਿਰ ਆਪਾਂ ਇਹ ਵੀ ਬੋਲ ਸਕਦੇ ਹਾਂ ਸਕੁਆਇਰ ਆਫ ਦੀ ਟਾਈਮ ਪੀਰੀਅਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਲੈਂਥ ਆਫ ਦੀ ਸਟਰਿੰਗ। ਜਾਂ ਫਿਰ ਆਪਾਂ ਇਹ ਵੀ ਬੋਲ ਸਕਦੇ ਹਾਂ ਸਕੁਆਇਰ ਆਫ ਦੀ ਟਾਈਮ ਪੀਰੀਅਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਲੈਂਥ ਆਫ ਦੀ ਸਟਰਿੰਗ। ਇਸੇ ਕਰਕੇ ਤਾਂ ਇਹ ਰੇਸ਼ੋ ਕੌਨਸਟੈਂਟ ਆ। L/t ਸਕੁਆਇਰ ਦੀ ਰੇਸ਼ੋ ਜਿਹੜੀ ਰਹੀ ਆ ਆਬਜ਼ਰਵੇਸ਼ਨ ਤੋਂ ਪਤਾ ਲੱਗੀ ਹੈ, ਇਹ ਕੌਨਸਟੈਂਟ ਆ। ਠੀਕ ਹੈ ਜੀ। ग्राफ शोइंग द वेरिएशन ऑफ स्क्वायर ऑफ टाइम पीरियड एंड विद द लेंथ ऑफ द पेंडुलम। आप ग्राफ प्लॉट कर लिया है। इफ द ग्राफ इज प्लॉटेड फॉर द स्क्वायर ऑफ द टाइम पीरियड टेकन ऑन y एक्सिस अगेंस्ट द लेंथ L टेकन एज x एक्सिस, इट कम्स आउट टू बी स्ट्रेट लाइन inclined to L axis as shown in figure। this shows the t square is directly proportional to L square। ਕਹਿੰਦਾ ਜੇ ਆਪਾਂ t square ਦਾ ਆਹ ਵਾਲੀ t ਦੇ ਸਕੁਆਇਰ ਦਾ L ਦੇ ਨਾਲ ਗ੍ਰਾਫ ਪਲੋਟ ਕਰੀਏ, ਇੱਕ टी स्क्वायर ਨੂੰ ਲਿਆ ਵਾ y ਐਕਸਿਸ ਤੇ L ਨੂੰ ਲਿਆ ਵਾ x ਐਕਸਿਸ ਤੇ ਸਾਨੂੰ ਇੱਕ ਸਟ੍ਰੇਟ ਲਾਈਨ ਮਿਲੇਗੀ। ਉੱਥੋਂ ਸਾਨੂੰ ਕੀ ਪਤਾ ਲੱਗਦਾ ਵੀ t square is directly proportional to the length of the string। ਇਹ ਸੀਗਾ ਸਾਡਾ ਸਿੰਪਲ ਪੈਂਡੂਲਮ ਬਾਰੇ। ਸਲੋਪ ਆਫ टी square ਵਿਦ L ਗ੍ਰਾਫ, मतलब टी स्क्वायर ਤੇ L ਗ੍ਰਾਫ ਦੀ ਜਿਹੜੀ ਸਲੋਪ ਹੈ। ਸਲੋਪ ਦਾ ਕੀ ਮਤਲਬ ਹੁੰਦਾ ਵਾ, ਸਲੋਪ ਦਾ ਮਤਲਬ ਕੀ ਹੁੰਦਾ ਵੀ ਆ ਜਿਹੜੀ ਲਾਈਨ ਹੈ ਦਿਸ ਲੈਂਥ ਡਿਵਾਈਡਡ ਬਾਈ ਦਿਸ ਲੈਂਥ, ਇੱਥੇ ਜਿਹੜਾ ਐਂਗਲ ਹੋਊਗਾ ਨਾ ਥੀਟਾ, ਉਹਦਾ ਟੈਨ ਲੈਂਦੇ ਆਪਾਂ। ਹਾਲੇ ਟ੍ਰਿਗਨੋਮੈਟਰੀ ਜ਼ਿਆਦਾ ਕੀਤੀ ਨਹੀਂ ਗੀ, ਸਟਾਰਟ ਨਹੀਂ ਕੀਤੀ। ਸੋ ਟੈਨ ਥੀਟਾ ਇਜ਼ ਦਾ PR/RQ। ਸਲੋਪ ਸਿੰਪਲੀ ਤੁਸੀਂ ਯਾਦ ਕੀ ਰੱਖਣੀ ਹੈ, ਸਲੋਪ ਇਜ਼ ਦਾ ਰੇਸ਼ੋ ਆਫ ਪਰਪੈਂਡੀਕੂਲਰ ਡਿਵਾਈਡਡ ਬਾਈ ਬੇਸ। ਸਲੋਪ ਇਜ਼ ਦਾ ਰੇਸ਼ੋ ਆਫ ਪਰਪੈਂਡੀਕੂਲਰ ਡਿਵਾਈਡਡ ਬਾਈ ਬੇਸ। ਪਰਪੈਂਡੀਕੂਲਰ ਡਿਵਾਈਡਡ ਬਾਈ ਬੇਸ ਸਲੋਪ ਕਹਿੰਦੇ ਉਹਨੂੰ। ਕਿੰਨੀ ਟੇਢੀ ਹੈ ਲਾਈਨ। The slope of the straight line obtained in the t square with L graph as shown in figure, it can be obtained by taking 2 points P and Q on the straight line। ਆਪਾਂ P ਤੇ Q ਦੋ ਪੁਆਇੰਟ ਲੈ ਲਏ ਅਤੇ P ਤੇ Q ਤੋਂ ਸਟ੍ਰੇਟ ਲਾਈਨ ਤੇ ਪੁਆਇੰਟ ਲੈ ਲਏ। ਠੀਕ ਹੈ ਜੀ। ਬਾਅਦ ਵਿੱਚ ਅਸੀਂ ਸਲੋਪ ਕੱਢਣ ਲਈ ਕੀਤਾ ਕੀ ਹੈ, PR ਡਿਵਾਈਡਡ ਬਾਈ QR ਕਰਤਾ। PR ਡਿਵਾਈਡਡ ਬਾਈ QR, PR ਡਿਵਾਈਡਡ ਬਾਈ QR, ਪਰਪੈਂਡੀਕੂਲਰ ਡਿਵਾਈਡਡ ਬਾਈ ਬੇਸ ਕਰਤਾ ਵਾ।
L1 L2 दो लेंथस आ, L1 इत्थों तक दी लेंथ, L2 इत्थों तक दी लेंथ, T2 स्क्वायर इत्थों तक दा टाइम पीरियड, T1 स्क्वायर इत्थों तक दा टाइम पीरियड। इन्हां वैल्यूज़ नूं हुण असीं की करांगे, माइनस कर दांगे। असीं उपर की कीती PR की वैल्यू पुट करती T1 स्क्वायर माइनस T2 स्क्वायर, नीचे आपां करती L1 माइनस L2। ठीक है जी। दिस स्लोप इज़ फाउंड टू बी कॉन्सटेंट एट ए प्लेस। ये कहता जी वैल्यू आऊगी ना स्लोप की जी वैल्यू आऊगी, इनू रेशो करके T1 स्क्वायर माइनस T2 स्क्वायर पॉन L1 माइनस L2, ये कॉन्सटेंट आऊगी एंड इज इक्वल टू दी 4 पाई स्क्वायर पॉन G। 4 पाई स्क्वायर अपॉन G, वेयर G is the acceleration due to gravity at that place, acceleration due to gravity at that place। सो सिंपल पेंडुलम का मेन काम पता की हुंदा वा, किसी जगह के उत्ते ग्रेविटेशन की वैल्यू कढ़ना, अर्थ के किसी पॉइंट ते ग्रेविटेशन की वैल्यू कढ़ना। दस G कैन बी डिटरमिनड एट ए प्लेस फ्रॉम दीज मेजरमेंट्स बाय यूजिंग द फॉलोइंग रिलेशन। G इज इक्वल टू कि आ जाऊगी 4 पाई स्क्वायर डिवाइडेड बाय स्लोप ऑफ T स्क्वायर विज TL ग्राफ, T स्क्वायर विज वर्सस L ग्राफ की। सो 4 पाई स्क्वायर बाय स्लोप ऑफ दी T स्क्वायर विद L ग्राफ, ये आप करांगे। फैक्टर्स अफेक्टिंग द टाइम पीरियड ऑफ ए सिंपल पेंडुलम। हुण सिंपल पेंडुलम के टाइम पीरियड नूं किहड़े फैक्टर अफेक्ट करते आ। G की वैल्यू तुसीं याद रखनी 4 पाई स्क्वायर बाय स्लोप ऑफ T स्क्वायर विद L ग्राफ, तो इहदी स्लोप आ इधरों कट के भरनी है। ठीक है जी। फैक्टर्स affecting the time period of a simple pendulum. First factor is the time period of oscillation is directly proportional to the square root of its effective length। ये आप पिछे भी किया, T square is directly proportional to the L and T is proportional to the under root L। Square of the time period of oscillation is directly proportional to the effective length। Pendulum has a compound pendulum clock has a compound pendulum made of a metal like brass. Due to the seasonal change of temperature, the effective length of pendulum changes, due to which the clock goes fast in a winter and slow in a summer। In winter, due to contraction, the effective length of pendulum gets shortened and so its time period is decreased, and pendulum completes more oscillation in given time, the clock goes fast। But in summer, because of the expansion increase in effective length of the pendulum, its time period is increased and it completes less number of oscillation in given time। कहता भी अपनी सर्दियां ते गर्मियां च क्लोक स्लो या फास्ट हो जाती है, वो किहदे करके, क्योंकि उसकी लेंथ बदल जाती है। कंपाउंड पेंडुलम च जी लेंथ होंगी ना थ्रैड की, वो गर्मी ते सर्दी दे विच चेंज होने करके उसका टाइम पीरियड भी फास्ट या स्लो चलन लग पैंदा, एक्यूरेट नहीं रहिंदा। Similarly, while swinging, if we stand on the swing, the time period of swing decreases, swing moves faster। This is because when we stand, the center of gravity rises, so the effective length of swing decreases, due to which its time period decreases। कहता swing के केस दे विच भी इदां ही हुंदी आ। Then next is the time period of oscillation is inversely proportional to the square root of the acceleration due to gravity। टाइम पीरियड जिहड़ा वा वो इनवर्सली प्रोपोर्शनल हुंदा वा, स्क्वायर रूट ऑफ दी ग्रैविटी की वैल्यू दे, ग्रैविटी की वैल्यू दे की हुंदा, इनवर्सली प्रोपोर्शनल हुंदा। फॉर दिस रीजन पेंडुलम क्लॉक गोज स्लो when it is taken to mountains or to mines due to increase in the value of G। कहता जिथे जाके वैल्यू ऑफ G जी डिक्रीज़ करूगी, डिक्रीज़ इन दी वैल्यू ऑफ G, उत्थे जाके टाइम पीरियड जिहड़ा वा वो स्लो हो जाऊगा, क्योंकि टाइम बच जाना ना। जे आपां G नूं डिक्रीज़ कीता ते टाइम पीरियड इनक्रीज़ हो गया, इहदा मतलब साडी घड़ी की होगी, स्लो होगी। टाइम पीरियड ऑफ ऑस्किलेशन इनक्रीज़ हो गया ना, जिहदा मतलब घड़ी रीडिंग शो जिहड़ी करूगी वो स्लो एक्चुअल नालों ज़्यादा टाइम के उत्ते, जिद्दां 1.5 सैकेंड होने के उत्ते वो 1 सैकेंड ही शो करूगी, 1.5 सैकेंड होने के उत्ते 1 सैकेंड ही शो करूगी। उसका कारण की है, उत्थे G डिक्रीज़ हो जाती है। टाइम पीरियड ऑफ ए ऑस्किलेशन डज नॉट डिपेंड ऑन दी मास और मटीरियल ऑफ दी बॉडी सस्पेंडेड बोब दे मास ते नहीं डिपेंड करता। टाइम पीरियड ऑफ दी ऑस्किलेशन डज नॉट डिपेंड अपॉन दी एक्सटेंट ऑफ स्विंग ऑन आइदर साइड और एम्पलीट्यूड ते भी ये डिपेंड नहीं करता। टाइम पीरियड ऑफ ऑस्किलेशन डज नॉट डिपेंड ऑन दी एक्सटेंट ऑफ स्विंग ऑन आइदर साइड ते कितना स्विंग कीता उत्ते भी नहीं डिपेंड करता ये टाइम पीरियड। ठीक है जी। सो नैक्सट इज़ द एक्सप्रैशन फॉर टाइम पीरियड ऑफ सिंपल पेंडुलम। सिंपल पेंडुलम के टाइम पीरियड का एक्सप्रैशन की है, ये तुसी एक्सप्रैशन याद करना वा। T इज़ इक्वल टू दी 2 पाई L अपॉन G दा अंडर रूट। टाइम पीरियड ऑफ ऑस्किलेशन ऑफ सिंपल पेंडुलम इज़ गिवन बाय द रिलेशन। इसदा प्रूफ जिहड़ा वा +1 दे विच आंदा वा, इसदा प्रूफ जिहड़ा +1 क्लास दे विच आंदा वा, T इज़ इक्वल टू दी 2 पाई L अपॉन G दा अंडर रूट, या फिर आप बोल सकते T स्क्वायर इज़ इक्वल टू दी 4 पाई स्क्वायर L अपॉन G, वेयर T इज़ द टाइम पीरियड of the simple pendulum, L is the effective length of the pendulum, G is the acceleration due to gravity at a given place। Since G is constant, time period of pendulum given length constant, this is why pendulum can be used to measure time। कहता जेकर असी G कॉन्सटेंट रखिए एक प्लेस से, L भी कॉन्सटेंट कर दिए, उसकी लेंथ भी कॉन्सटेंट कर दिए, फिर उसका टाइम पीरियड भी की हो जाएगा पेंडुलम का, कॉन्सटेंट हो जाएगा। ठीक है जी। सो नैक्सट इज़ द सैकेंड्स पेंडुलम। सैकेंड पेंडुलम किनूं बोलते हैं, जिहदा टाइम पीरियड 2 सैकेंड होवे। द पेंडुलम ऑफ ए क्लॉक विच वी यूज टू
Note the time in our house is a second pendulum. It takes time 1 second in moving from one extreme to other extreme. ਇਹ ਜਿਹੜਾ ਪੈਂਡੂਲਮ ਹੁੰਦਾ ਨਾ 1 ਸੈਕਿੰਡ ਲੈਂਦਾ ਇੱਧਰੋਂ ਇੱਧਰ ਜਾਣ ਲਈ, ਇੱਕ ਐਕਸਟ੍ਰੀਮ ਤੋਂ ਦੂਜੇ ਤੇ ਜਾਣ ਲਈ 1 ਸੈਕਿੰਡ ਲੈਂਦਾ, ਵਾਪਸ ਆਉਣ ਨੂੰ ਵੀ 1 ਸੈਕਿੰਡ ਹੀ ਲੈਂਦਾ। ਮਤਲਬ ਟੋਟਲ ਇਹਦਾ ਟਾਈਮ ਪੀਰੀਅਡ ਕਿੰਨਾ ਹੋ ਗਿਆ 2 second ਹੋ ਗਿਆ। ਸੋ ਇਟਸ ਟਾਈਮ ਪੀਰੀਅਡ ਇਜ਼ 2 second। Thus pendulum with a time period of oscillation equal to 2 second is known as seconds pendulum. The effective length of second pendulum at a place where g is equal to 9.8 meter per second square is nearly 1 meter। ਜਿੱਥੇ ਆਪਾਂ ਥ੍ਰੈਡ ਦੀ ਲੈਂਥ 1 ਮੀਟਰ ਲਈ ਹੋਏਗੀ ਨਾ, ਉੱਥੇ ਜਿਹੜਾ ਉਹਦੀ ਓਸਕੀਲੇਸ਼ਨ ਦਾ ਟਾਈਮ ਜਿਹੜਾ 2 ਸੈਕਿੰਡ ਹੋ ਜਾਏਗਾ, ਤੇ ਅੱਧੀ ਓਸਕੀਲੇਸ਼ਨ ਦਾ ਮਤਲਬ ਇੱਕ ਐਕਸਟ੍ਰੀਮ ਤੋਂ ਦੂਜੇ ਐਕਸਟ੍ਰੀਮ ਤੇ ਜਾਣ ਲਈ ਉਹਨੂੰ ਕਿੰਨਾ ਟਾਈਮ ਲੱਗੇਗਾ 1 ਸੈਕਿੰਡ। ਸੋ ਇਹ ਸਾਰਾ ਚੈਪਟਰ ਜਿਹੜਾ ਸੀਗਾ ਟਾਈਮ ਪੀਰੀਅਡ ਬਾਰੇ ਸੀਗਾ। ਤੁਸੀਂ ਟਾਈਮ ਪੀਰੀਅਡ ਦਾ ਆਹ ਵਾਲਾ ਫਾਰਮੂਲੇ ਤੋਂ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਵੀ ਟਾਈਮ ਪੀਰੀਅਡ ਜਿਹੜਾ ਵਾ ਸਕੁਆਇਰ ਰੂਟ ਆਫ ਲੈਂਥ ਤੇ ਡਿਪੈਂਡ ਕਰਦਾ ਵਾ, ਐਂਡ ਇਨਵਰਸਲੀ ਪ੍ਰੋਪੋਰਸ਼ਨਲ ਆ ਜੀ ਦੇ, ਇਨਵਰਸਲੀ ਪ੍ਰੋਪੋਰਸ਼ਨਲ ਸਕੁਆਇਰ ਰੂਟ ਆਫ ਦੀ ਜੀ ਦੇ ਆ, ਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਸਕੁਆਇਰ ਰੂਟ ਆਫ ਦੀ ਲੈਂਥ ਦੇ ਆ, ਤੇ ਡਜ਼ ਨਾਟ ਡਿਪੈਂਡ ਅਪੋਨ ਦੀ ਮਾਸ ਆਫ ਦੀ ਬੋਬ, ਡਜ਼ ਨਾਟ ਡਿਪੈਂਡ ਅਪੋਨ ਦੀ ਐਂਪਲੀਟਿਊਡ, ਡਜ਼ ਨਾਟ ਡਿਪੈਂਡ ਅਪੋਨ ਦੀ ਸਵਿੰਗ ਔਨ ਆਈਦਰ ਸਾਈਡ। ਠੀਕ ਹੈ ਜੀ, ਇਹ ਸੀਗਾ ਸਾਡਾ ਟਾਈਮ ਪੀਰੀਅਡ ਆਫ ਏ ਸਿੰਪਲ ਪੈਂਡੂਲਮ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।